ਹੈਲੋ ਸਟੂਡੈਂਟਸ, YouTube ਚੈਨਲ ਸੋਸ਼ੀਓ ਕਲਾਸਿਸ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਪਣੇ ਇਸ ਵੀਡੀਓ ਵਿੱਚ ਸੁਰਜੀਤ ਪਾਤਰ ਦੀ ਕਵਿਤਾ ਉਹ ਦਿਨ ਦੀ ਪ੍ਰਸੰਗ ਸਹਿਤ ਵਿਆਖਿਆ ਕਰਨ ਜਾ ਰਹੇ ਹਾਂ। ਕਵਿਤਾ ਦੀਆਂ ਸਤਰਾਂ ਇਸ ਤਰ੍ਹਾਂ ਹਨ। ਉਹ ਦਿਨ ਜੇ ਹੁਣ ਕਿਤੇ ਮਿਲੇ, ਮੈਂ ਉਸ ਦੇ ਚਿੱਟੇ ਹੰਸ ਜਿਹੇ ਜ਼ਖਮੀ ਪਿੰਡੇ 'ਤੇ ਮੱਲਮ ਲਾ ਦੇਵਾਂ, ਪਰ ਦਿਨ ਕੋਈ ਘਰੋਂ ਰੁੱਸ ਕੇ ਗਿਆ ਜੀ ਤਾਂ ਨਹੀਂ, ਜਿਸ ਦੀ ਕਦੀ ਕਿਤੇ ਦੱਸ ਪਵੇ ਕਦੀ ਕਿਤੇ, ਤੇ ਫਿਰ ਕਿਸੇ ਸ਼ਾਮ ਉਹ ਫਟੇ ਹਾਲ ਘਰ ਆ ਜਾਵੇ, ਜਾਂ ਕਿਸੇ ਸਟੇਸ਼ਨ 'ਤੇ ਗੱਡੀ ਉਡੀਕਦਾ ਮਿਲ ਜਾਵੇ। ਦਿਨ ਕੋਈ ਘਰੋਂ ਰੁੱਸ ਕੇ ਗਏ ਜੀ ਤਾਂ ਨਹੀਂ, ਦਿਨ ਤਾਂ ਸਾਡੇ ਹੱਥੋਂ ਮਰਿਆਂ ਦੇ ਕਰਾਉਂਦੇ ਪ੍ਰੇਤ ਹਨ, ਜਿਨ੍ਹਾਂ ਦੇ ਜ਼ਖਮਾਂ ਤੱਕ ਹੁਣ ਸਾਡੇ ਹੱਥ ਨਹੀਂ ਪਹੁੰਚਦੇ। ਹੁਣ ਬੀਤੀ ਕੱਲ੍ਹ ਤੀਕ ਸਦੀਆਂ ਤੱਕ ਵੀ ਨਹੀਂ ਪਹੁੰਚਦੀ ਅੱਜ ਦੀ ਚੀਖ। ਸੁਰਜੀਤ ਪਾਤਰ ਦੀ ਕਵਿਤਾ ਉਹ ਦਿਨ ਦਾ ਪ੍ਰਸੰਗ ਇਸ ਤਰ੍ਹਾਂ ਹੈ। ਇਹ ਕਾਵਿ ਸਤਰਾਂ ਪੰਜਾਬੀ ਦੀ ਪਾਠ ਪੁਸਤਕ ਕਾਵਿ ਯਾਤਰਾ ਵਿੱਚੋਂ ਲਈਆਂ ਗਈਆਂ ਹਨ। ਸੁਰਜੀਤ ਪਾਤਰ ਇੱਕ ਹਰਮਨ ਪਿਆਰੇ ਅਤੇ ਆਧੁਨਿਕ ਪੰਜਾਬੀ ਕਵਿਤਾ ਦੇ ਇੱਕ ਵੱਖਰੀ ਤੇ ਵਿਲੱਖਣ ਕਿਸਮ ਦੇ ਕਵੀ ਹਨ। ਉਹਨਾਂ ਦੀ ਕਵਿਤਾ ਵਿੱਚ ਪੰਜਾਬੀ ਦੀ ਪ੍ਰਗਤੀਵਾਦੀ ਅਤੇ ਰੋਮਾਂਟਿਕ ਕਵਿਤਾ ਦਾ ਰਚਨਾਤਮਕ ਸੁਮੇਲ ਤੋਂ ਨਵੀਂ ਕਾਵਿ ਸੰਵੇਦਨਾ ਸਾਹਮਣੇ ਆਉਂਦੀ ਹੈ। ਉਹਨਾਂ ਦੀ ਕਵਿਤਾ ਵਿੱਚ ਸਮਾਜਿਕ ਅਨਿਆਂ, ਮਨੁੱਖੀ ਰਿਸ਼ਤਿਆਂ ਦੀ ਸੰਵੇਦਨਾ, ਮਨੁੱਖੀ ਸੰਘਰਸ਼, ਹਾਰ ਜਿੱਤ ਦੇ ਅਨੁਭਵਾਂ ਅਤੇ ਉਡੀਕ ਨੂੰ ਵਿਸ਼ਾ ਬਣਾਇਆ ਗਿਆ ਹੈ। ਉਹਨਾਂ ਦੇ ਪ੍ਰਮੁੱਖ ਕਾਵਿ ਸੰਗ੍ਰਹਿ ਇਸ ਤਰ੍ਹਾਂ ਹਨ। ਹਵਾ ਵਿੱਚ ਲਿਖੇ ਹਰਫ, ਬਿਰਖ ਅਰਜ ਕਰੇ, ਹਨੇਰੇ ਵਿੱਚ ਸੁਲਗਦੀ ਵਰਨਮਾਲਾ, ਲਫ਼ਜ਼ਾਂ ਦੀ ਦਰਗਾਹ, ਪਤਝੜ ਦੀ ਪਜੇਵ, ਸਰ ਜ਼ਮੀਨ ਆਦਿ। ਉਹਨਾਂ ਦੇ ਕਾਵਿ ਸੰਗ੍ਰਹਿ ਹਨੇਰੇ ਵਿੱਚ ਸੁਲਗਦੀ ਵਰਨਮਾਲਾ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਵੀ ਪ੍ਰਾਪਤ ਹੋਇਆ। ਉਹਨਾਂ ਨੇ ਕਈ ਸੰਸਾਰ ਪ੍ਰਸਿੱਧ ਨਾਟਕਾਂ ਦੇ ਅਨੁਵਾਦ ਵੀ ਕੀਤੇ ਅਤੇ ਸ਼ਾਇਰੀ ਨੂੰ ਵੀ ਸਰੋਤਿਆਂ ਦੇ ਅੱਗੇ ਤਰੰਨਮ ਵਿੱਚ ਪੇਸ਼ ਕੀਤਾ। ਇਸ ਕਵਿਤਾ ਦਾ ਸੰਬੰਧ ਸਮੇਂ ਨਾਲ ਹੈ। ਇਸ ਵਿੱਚ ਕਵੀ ਵਿਅਰਥ ਗਵਾਏ ਗਏ ਸਮੇਂ ਦਾ ਵਿਸ਼ਲੇਸ਼ਣ ਕਰਦਾ ਹੋਇਆ ਉਸ ਨੂੰ ਯਾਦ ਕਰਦਾ ਹੈ ਅਤੇ ਪਛਤਾਉਂਦਾ ਹੈ। ਉਹ ਸੋਚਦਾ ਹੈ ਕਿ ਜੇ ਬੀਤਿਆ ਹੋਇਆ ਸਮਾਂ ਵਾਪਿਸ ਆ ਜਾਵੇ ਤਾਂ ਉਹ ਉਸ ਦਾ ਸਹੀ ਉਪਯੋਗ ਕਰੇਗਾ, ਪਰ ਇੱਕ ਵਾਰ ਲੰਘਿਆ ਸਮਾਂ ਕਦੇ ਵੀ ਦੁਬਾਰਾ ਮੁੜ ਕੇ ਨਹੀਂ ਆਉਂਦਾ। ਵਿਆਖਿਆ। ਉਹ ਦਿਨ ਕਵਿਤਾ ਦੀਆਂ ਇਹਨਾਂ ਸਤਰਾਂ ਵਿੱਚ ਕਵੀ ਸੁਰਜੀਤ ਪਾਤਰ ਬੀਤੇ ਹੋਏ ਸਮੇਂ ਨੂੰ ਯਾਦ ਕਰਦੇ ਹੋਏ ਲਿਖਦੇ ਹਨ ਕਿ ਜੇਕਰ ਮੈਨੂੰ ਬੀਤੇ ਹੋਏ ਸਮੇਂ ਵਿੱਚੋਂ ਉਹ ਦਿਨ ਮਿਲ ਜਾਣ, ਉਹਨਾਂ ਨਾਲ ਮੇਰੀ ਮੁਲਾਕਾਤ ਹੋ ਜਾਵੇ, ਤਾਂ ਮੈਂ ਉਸ ਸਫੇਦ ਹੰਸ ਜੋ ਕਿ ਇੱਕ ਪੰਛੀ ਹੈ ਵਰਗੇ ਦਿਨ ਦੇ ਜ਼ਖਮੀ ਸਰੀਰ 'ਤੇ ਦਵਾਈ ਲਾ ਦੇਵਾਂ। ਪਰ ਇਹ ਜੋ ਬੀਤਿਆ ਦਿਨ ਹੈ, ਇਹ ਕੋਈ ਘਰ ਵਿੱਚ ਰੁੱਸੇ ਹੋਏ ਨਾਰਾਜ਼ ਹੋਏ ਮੈਂਬਰ ਵਰਗਾ ਨਹੀਂ ਹੈ, ਜਿਸ ਦੀ ਜਾਣਕਾਰੀ ਇਹ ਮਿਲੇ ਕਿ ਅੱਜ ਉਸ ਨੂੰ ਉਸ ਜਗ੍ਹਾ 'ਤੇ ਵੇਖਿਆ ਗਿਆ ਸੀ ਅਤੇ ਅੱਜ ਇਸ ਜਗ੍ਹਾ 'ਤੇ ਵੇਖਿਆ ਗਿਆ ਸੀ, ਅਤੇ ਅਚਾਨਕ ਹੀ ਉਹ ਮੈਂਬਰ ਇੱਕ ਸ਼ਾਮ ਬਹੁਤ ਹੀ ਬੁਰੀ ਹਾਲਤ ਵਿੱਚ ਆਪਣੇ ਘਰ ਵਾਪਸ ਆ ਜਾਵੇ, ਜਾਂ ਉਹ ਬੀਤਿਆ ਦਿਨ ਉਸ ਘਰੋਂ ਗਏ ਮੈਂਬਰ ਵਰਗਾ ਨਹੀਂ ਜੋ ਕਿਸੇ ਸਟੇਸ਼ਨ 'ਤੇ ਕਿਤੇ ਹੋਰ ਜਾਣ ਲਈ ਗੱਡੀ ਉਡੀਕਦਾ ਮਿਲ ਜਾਵੇ। ਇਹ ਦਿਨ ਤਾਂ ਲੰਘ ਚੁੱਕਿਆ ਦਿਨ ਹੈ। ਇਸ ਤਰ੍ਹਾਂ ਬੀਤਿਆ ਹੋਇਆ ਨਿਕਲ ਚੁੱਕਿਆ ਦਿਨ ਘਰ ਵਿੱਚੋਂ ਰੁੱਸ ਕੇ ਗਿਆ ਜੀ ਨਹੀਂ, ਬਲਕਿ ਇਹ ਦਿਨ ਤਾਂ ਸਾਡੇ ਹੱਥੋਂ ਹੀ ਨਿਕਲ ਕੇ ਬੀਤ ਗਿਆ ਹੁੰਦਾ ਹੈ, ਜਿਸ ਦੀ ਪੀੜ ਹੁਣ ਤੱਕ ਵੀ ਸਾਨੂੰ ਪਰੇਸ਼ਾਨ ਕਰਦੀ ਹੈ। ਜਿਵੇਂ ਕਿ ਕਿਸੇ ਵਿਅਕਤੀ ਦੇ ਹੱਥੋਂ ਜੇਕਰ ਕੋਈ ਕਤਲ ਹੋ ਜਾਂਦਾ ਹੈ ਤਾਂ ਉਹ ਮਰਿਆ ਵਿਅਕਤੀ ਭੂਤ ਪ੍ਰੇਤ ਬਣ ਕੇ ਉਸ ਕਾਤਲ ਨੂੰ ਡਰਾਉਂਦਾ ਹੈ ਤੇ ਧਮਕਾਉਂਦਾ ਹੈ ਤੇ ਪਰੇਸ਼ਾਨ ਕਰਦਾ ਹੈ। ਇਸੇ ਤਰ੍ਹਾਂ ਬੀਤਿਆ ਹੋਇਆ ਦਿਨ ਵੀ ਸਾਨੂੰ ਅਜੋਕੇ ਸਮੇਂ ਵਿੱਚ ਤੰਗ ਪਰੇਸ਼ਾਨ ਕਰਦਾ ਹੈ। ਉਸ ਦੀਆਂ ਬੁਰੀਆਂ ਯਾਦਾਂ ਸਾਨੂੰ ਮਹਿਸੂਸ ਹੁੰਦੀਆਂ। ਜੇਕਰ ਅਸੀਂ ਆਪਣੇ ਅਤੀਤ ਜੋ ਬੀਤ ਚੁੱਕਿਆ ਸਮਾਂ ਹੈ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਵੀ ਕਰੀਏ ਤਾਂ ਉਸ ਨੂੰ ਅਸੀਂ ਸੁਧਾਰ ਨਹੀਂ ਸਕਦੇ, ਕਿਉਂਕਿ ਬੀਤੇ ਹੋਏ ਸਮੇਂ ਦੇ ਜ਼ਖਮਾਂ ਤੱਕ ਸਾਡੇ ਹੱਥ ਨਹੀਂ ਅੱਪੜਦੇ, ਉਸ ਉੱਪਰ ਅਸੀਂ ਦਵਾਈ ਨਹੀਂ ਲਗਾ ਸਕਦੇ। ਇਸ ਤਰ੍ਹਾਂ ਬੀਤੀ ਹੋਈ ਕੱਲ੍ਹ ਤੀਕ ਵਰਤਮਾਨ ਦੀ ਚੀਕ ਪੁਕਾਰ
ਸਦੀਆਂ ਤੱਕ ਵੀ ਨਹੀਂ ਪਹੁੰਚ ਸਕਦੀ। ਇਸ ਦਾ ਭਾਵ ਹੈ ਕਿ ਬੀਤੇ ਹੋਏ ਸਮੇਂ ਨੂੰ ਵਾਪਸ ਲਿਆਉਣਾ ਨਾਮੁਮਕਿਨ ਹੈ। ਇਸ ਤਰ੍ਹਾਂ ਵਿਦਿਆਰਥੀਓ, ਵਰਤਮਾਨ ਸਮੇਂ ਨੂੰ ਸੰਭਾਲਣਾ ਚਾਹੀਦਾ ਹੈ। ਇਸ ਦੇ ਵਿੱਚ ਸਾਨੂੰ ਕੋਈ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਜਿਸ ਦੇ ਲਈ ਸਾਨੂੰ ਪਛਤਾਵਾ ਹੋਵੇ ਅਤੇ ਬਾਅਦ ਦੇ ਵਿੱਚ ਅਸੀਂ ਭਵਿੱਖ ਵਿੱਚ ਜਾ ਕੇ ਇਹਨਾਂ ਬੀਤੇ ਹੋਏ ਦਿਨਾਂ ਦੀਆਂ ਗਲਤੀਆਂ ਨੂੰ ਯਾਦ ਕਰਕੇ ਪਰੇਸ਼ਾਨ ਹੋਈਏ। ਸੋ ਵਰਤਮਾਨ ਸਮੇਂ ਨੂੰ ਸੰਭਾਲਦੇ ਹੋਏ ਇਸ ਨੂੰ ਚੰਗਾ ਹੀ ਬਤੀਤ ਕਰਨਾ ਚਾਹੀਦਾ ਹੈ। ਵਿਦਿਆਰਥੀਓ, ਇਹ ਸੀ ਸੁਰਜੀਤ ਪਾਤਰ ਦੀ ਕਵਿਤਾ ਉਹ ਦਿਨ ਦੀ ਪ੍ਰਸੰਗ ਸਹਿਤ ਵਿਆਖਿਆ। ਅਸੀਂ ਆਪਣੇ ਅਗਲੇ ਵੀਡੀਓ ਵਿੱਚ ਫਿਰ ਮਿਲਾਂਗੇ। ਤਦ ਤੱਕ ਧੰਨਵਾਦ, ਸ਼ੁਕਰੀਆ।